ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ ਕਿ ਜਦੋਂ ਅੰਦਰ ਲਗਨ ਸੱਚੀ ਹੋਵੇ, ਚਾਹਤ ਸੱਚੀ ਹੋਵੇ ਤਾਂ ਫਿਰ ਫੈਸਲੇ ਬਦਲਦੇ ਨਹੀਂ ਹੈ। ਫਿਰ ਇਹ ਨਹੀਂ ਦੇਖਿਆ ਜਾਂਦਾ ਦੁਨੀਆ ਕੀ ਕਹਿੰਦੀ ਹੈ, ਕਿੰਨੀਆਂ ਰੁਕਾਵਟਾਂ ਖੜੀਆਂ ਕਰਦੀ ਹੈ, ਬਲਕਿ ਜਿਹੜੇ ਵਿਜੇਤਾ ਹੁੰਦੇ ਹੈ ਉਹ ਹਰ ਰੁਕਾਵਟ ਨੂੰ ਜਿੱਤਦਿਆਂ ਹੋਇਆਂ, ਪਾਰ ਕਰਦਿਆਂ ਹੋਇਆਂ ਆਪਣੀ ਮੰਜ਼ਿਲ ਦੀ ਤਰਫ ਵੱਧਦੇ ਚਲੇ ਜਾਂਦੇ ਹੈ। ਸੋ ਇੱਥੇ ਅਸੀਂ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਕਰ ਰਹੇ ਸੀ ਕਿ ਉਹਨਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਆਈਆਂ, ਅਛੂਤ ਕਿਹਾ ਜਾਂਦਾ ਸੀ, ਪਰ ਫਿਰ ਵੀ ਉਹਨਾਂ ਅੰਦਰ ਚਾਹਤ ਸੀ ਅੱਗੇ ਵਧਣ ਦੀ। ਇਸ ਲਈ ਉਹਨਾਂ ਨੂੰ ਪੜ੍ਹਨ ਦਾ, ਅੱਗੇ ਵਧਣ ਦਾ ਬੜਾ ਸ਼ੌਕ ਸੀ। ਔਰ ਕਿਹਾ ਜਾਂਦਾ ਹੈ ਕਿ ਜਦੋਂ ਵੀ ਸਕੂਲ ਖੁੱਲ੍ਹਦਾ ਸੀ ਨਾ, ਉਹਨਾਂ ਨੇ ਸਕੂਲ ਦੇ ਖੁੱਲ੍ਹਣ ਤੋਂ ਪਹਿਲੇ ਹੀ ਪਹੁੰਚ ਜਾਣਾ। ਔਰ ਗੇਟ ਦੇ ਚਪੜਾਸੀ ਨੂੰ, ਉਹ ਵੀ ਬਾਅਦ ਵਿੱਚ ਆਉਂਦਾ ਸੀ, ਉਹ ਪਹਿਲੇ ਹੀ ਪਹੁੰਚ ਜਾਂਦੇ ਸੀ, ਇੰਨੀ ਉਹਨਾਂ ਦਾ ਚਾਹਤ ਸੀ। ਤਾਂ ਜਿਸ ਵੇਲੇ ਸਕੂਲ ਕਲੋਜ਼ ਹੋਣਾ ਤਾਂ ਉਹਨਾਂ ਨੇ ਫਿਰ ਵੀ ਕੋਸ਼ਿਸ਼ ਕਰਨਾ ਕਿ ਬਹਿ ਕੇ ਕੁਛ ਨਾ ਕੁਛ ਪੜ੍ਹਾਂ, ਕੁਛ ਸਿੱਖਾਂ, ਤਾਂ ਕਿ ਮੇਰੀ ਨੌਲੇਜ ਵਧੇ, ਮੇਰਾ ਗਿਆਨ ਵਧੇ। ਤੇ ਇੱਕ ਦਿਨ ਚਪੜਾਸੀ ਨੇ ਕਿਹਾ, ਕਹਿੰਦੇ ਭੀਮ ਰਾਓ, ਉਹ ਬਾਕੀ ਬੱਚੇ ਖੇਡਦੇ, ਤੂੰ ਵੀ ਜਾ ਕੇ ਖੇਡ ਲੈ, ਤੂੰ ਹਰ ਵੇਲੇ ਇੱਥੇ ਬੈਠਾ ਰਹਿੰਦਾ ਹੈ। ਕਿਉਂਕਿ ਕਿਹਾ ਜਾਂਦਾ ਸੀ ਉਹ 18-18 ਘੰਟੇ ਪੜ੍ਹਦੇ ਹੁੰਦੇ ਸੀ, 17-17 18-18 ਘੰਟੇ ਪੜ੍ਹਦੇ ਸੀ। ਉਹ ਕਹਿੰਦੇ ਤੂੰ ਵੀ ਜਾ ਕੇ ਖੇਡ ਲੈ, ਤੂੰ ਇੱਥੇ ਬੈਠਾ ਆ, ਤੂੰ ਵੀ ਬੱਚਿਆਂ ਨਾਲ ਖੇਡ ਲੈ। ਤਾਂ ਉਹਨੇ ਇੱਕੋ ਹੀ ਗੱਲ ਕਹਿੰਦੇ ਸੀ, ਕਹਿੰਦੇ ਜੇ ਮੈਂ ਵੀ ਇਹਨਾਂ ਨਾਲ ਜਾ ਕੇ ਖੇਲੂੰਗਾ ਤਾਂ ਫਿਰ ਇਹਨਾਂ ਬਾਰੇ ਸੋਚੇਗਾ ਕੌਣ। ਇਸ ਲਈ ਮੈਂ ਤਾਂ ਪੜ੍ਹ ਰਿਹਾ ਹਾਂ, ਤਾਂ ਅੱਗੇ ਵਧ ਰਿਹਾ, ਤਾਂ ਕਿ ਕੱਲ ਨੂੰ ਇਹਨਾਂ ਬਾਰੇ ਕੁਛ, ਇਹਨਾਂ ਵਾਸਤੇ ਕੁਛ ਕਰ ਸਕਾਂ। ਯਾਨੀ ਜਿਨ੍ਹਾਂ ਨੂੰ ਦੁਨੀਆ ਨੀਚ ਕਹਿੰਦੀ ਹੈ, ਪੁੱਛਦਾ ਨਹੀਂ ਹੈ ਕੋਈ ਵੀ, ਉਹ ਕਹਿੰਦੇ ਮੈਂ ਕੁਛ ਐਸਾ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਵਾਸਤੇ ਕੁਛ ਕਰਾਂ, ਇਹਨਾਂ ਨੂੰ ਅੱਗੇ ਲੈ ਕੇ ਚਲਾਂ। ਇਸ ਲਈ ਇਹਨੂੰ ਕਹਿੰਦੇ ਹੈ ਕਿ ਸਿਰਫ ਆਪਣੇ ਬਾਰੇ ਨਹੀਂ ਸੋਚਣਾ, ਅਸੀਂ ਆਪਣੇ ਜੀਵਨ ਨੂੰ ਇਦਾਂ ਚਲਾਉਣਾ ਹੈ ਕਿ ਅਸੀਂ ਦੂਸਰਿਆਂ ਬਾਰੇ ਵੀ ਸੋਚਣਾ ਹੈ ਕਿ ਦੂਸਰਿਆਂ ਦਾ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ, ਦੂਜਿਆਂ ਨੂੰ ਖੁਸ਼ੀ ਕਿੱਦਾਂ ਮਿਲ ਸਕਦੀ ਹੈ, ਦੂਜਿਆਂ ਦੇ ਜੀਵਨ 'ਚ ਖੁਸ਼ੀ ਕਿੱਦਾਂ ਆ ਸਕਦੀ ਹੈ। ਔਰ ਜਦੋਂ ਇਹ ਸੋਚਣਾ ਅਸੀਂ ਸ਼ੁਰੂ ਕਰ ਦਿੰਦੇ ਤਾਂ ਕੁਦਰਤ ਸਾਡੇ ਬਾਰੇ ਸੋਚਣਾ ਫਿਰ ਸ਼ੁਰੂ ਕਰ ਦਿੰਦੀ ਹੈ। ਜਿੱਦਾਂ ਸੋਚ ਕੇ ਦੇਖੋ ਆਪਣੇ ਆਪ ਨੂੰ, ਪੁੱਛ ਕੇ ਦੇਖੋ ਆਪਣੇ ਆਪ ਨੂੰ ਕਿ ਅੱਜ ਤੱਕ ਬੰਦਾ ਆਪਣੀ ਖੁਸ਼ੀ ਬਾਰੇ ਸੋਚਦਾ ਹੈ ਕਿ ਮੈਨੂੰ ਖੁਸ਼ੀ ਕਿੱਦਾਂ ਮਿਲੇਗੀ, ਪਰ ਅਸੀਂ ਇਹ ਗੱਲ ਕਵਾਂਗੇ ਕਿ ਇਹ ਸੋਚਣ ਦੀ ਬਜਾਏ ਮੈਨੂੰ ਖੁਸ਼ੀ ਕਿੱਦਾਂ ਮਿਲੇਗੀ, ਇਹ ਸੋਚੋ ਕਿ ਸਭ ਨੂੰ ਖੁਸ਼ੀ ਕਿੱਦਾਂ ਮਿਲੇਗੀ, ਮੇਰਾ ਬਿਹੇਵੀਅਰ ਕਿੱਦਾਂ ਦਾ ਹੋਣਾ ਚਾਹੀਦਾ, ਮੇਰਾ ਸੁਭਾਅ ਕਿੱਦਾਂ ਦਾ ਹੋਣਾ ਚਾਹੀਦਾ ਹੈ ਕਿ ਜਿਹਦੇ ਨਾਲ ਦੂਜਿਆਂ ਨੂੰ ਵੀ ਖੁਸ਼ੀ ਮਿਲੇ। ਔਰ ਜਦੋਂ ਦੂਜਿਆਂ ਦੀ ਖੁਸ਼ੀ ਦੀ ਫਿਕਰ ਤੁਸੀਂ ਕਰਦੇ ਹੋ ਤਾਂ ਫਿਰ ਕੁਦਰਤ ਤੁਹਾਨੂੰ ਵੀ ਖੁਸ਼ੀਆਂ ਦੇਣਾ ਸ਼ੁਰੂ ਕਰ ਦਿੰਦੀ ਹੈ, ਤੁਹਾਡੇ ਜੀਵਨ 'ਚ ਵੀ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਔਰ ਇੱਥੇ ਇੱਕ ਹੋਰ ਪੁਆਇੰਟ ਦੱਸਾਂਗੇ ਤੁਹਾਨੂੰ। ਇੱਕ ਦਿਨ ਨਾ ਬਾਬਾ ਸਾਹਿਬ ਜਾ ਰਹੇ ਸੀ, ਉਹਨਾਂ ਦੇ ਜੀਵਨ ਦੀ ਇਹ ਘਟਨਾ ਯਾਦ ਆ ਗਈ, ਉਹਨਾਂ ਦਾ ਜ਼ਿਕਰ ਚੱਲੇ ਤੇ ਵੀ ਦੱਸ ਦਈਏ ਕਿ ਜਾ ਰਹੇ ਸੀ ਜਦੋਂ ਤਾਂ ਦੇਖਿਆ ਇੱਕ ਨੌਜਵਾਨ ਉਦਾਸ ਜਿਹਾ ਬੈਠਾ ਪੇੜ ਦੇ ਥੱਲੇ, ਤਾਂ ਸਾਹਮਣੇ ਕੁਝ ਲੜਕੇ ਖੇਡ ਰਹੇ ਸੀ। ਤਾਂ ਉਸ ਵੇਲੇ ਉਹਨੂੰ ਉਦਾਸ ਨੂੰ ਜਦੋਂ ਦੇਖਿਆ, ਪੁੱਛਿਆ ਬੇਟਾ ਤੂੰ ਕਿਉਂ ਉਦਾਸ ਹੈ, ਉਦਾਸੀ 'ਚ ਕਿਉਂ ਬੈਠਾ ਹੈ? ਤਾਂ ਉਹਨਾਂ ਕਿਹਾ ਜੀ ਉਹ ਗੇਮ ਸਾਰੇ ਬੱਚੇ ਖੇਡ ਰਹੇ ਹੈ ਪਰ ਮੈਨੂੰ ਨਹੀਂ ਖਿਲਾ ਰਹੇ। ਕਹਿੰਦੇ ਤੈਨੂੰ ਕਿਉਂ ਨਹੀਂ ਖਿਲਾ ਰਹੇ? ਕਹਿੰਦੇ ਦਰਅਸਲ ਉਹ ਕਹਿੰਦੇ ਤੈਨੂੰ ਖੇਲਣਾ ਆਉਂਦਾ ਨਹੀਂ ਹੈ, ਤੈਨੂੰ ਖੇਲਣਾ ਨਹੀਂ ਆਉਂਦਾ। ਜਿੱਦਾਂ ਕਈ ਵਾਰ ਹੁੰਦਾ ਨਾ ਕਿ ਕਈਆਂ ਨੂੰ ਨਿਯਮ ਨਹੀਂ ਪਤਾ ਹੁੰਦੇ, ਅਸੂਲ ਨਹੀਂ ਪਤਾ ਹੁੰਦੇ, ਬੰਦਾ ਕਹਿੰਦਾ ਬਈ ਤੂੰ ਘਟੀਆ ਖੇਡਦਾ, ਤੂੰ ਬਾਹਰ ਬੈਠ, ਤੇਰੇ ਨਾਲੋਂ ਵਧੀਆ ਉਹ ਖੇਡਦਾ, ਉਹਨੂੰ ਖਿਲਾਉਣਾ ਹੈ। ਚਾਹੇ ਕ੍ਰਿਕਟ ਹੋਵੇ, ਹਾਕੀ ਹੋਵੇ, ਫੁੱਟਬਾਲ ਹੋਵੇ, ਬੰਦੇ ਦੀ ਇਹੀ ਕੋਸ਼ਿਸ਼ ਹੁੰਦੀ ਜਿਹੜਾ ਅੱਛਾ ਪਲੇਅਰ ਹੋਵੇ ਉਹਨੂੰ ਰੱਖਿਆ ਜਾਵੇ। ਹੁਣ ਉਹ ਰੋ ਰਿਹਾ ਸੀ, ਉਦਾਸ ਹੋ ਕੇ ਬੈਠਾ ਸੀ। ਤਾਂ ਉਸ ਵੇਲੇ ਉਹਨਾਂ ਨੇ ਇੱਕ ਗੱਲ ਬੜੀ ਪਿਆਰੀ ਕਹੀ ਜੋ ਸਾਡੇ ਸਾਰਿਆਂ ਵਾਸਤੇ ਬੜੀ ਜ਼ਰੂਰੀ ਹੈ ਸਮਝਣੀ। ਕਿਉਂਕਿ ਕਈ ਵਾਰ ਅਸੀਂ ਵੀ ਨਿਰਾਸ਼ ਹੋ ਕੇ, ਉਦਾਸ ਹੋ ਕੇ ਬੈਠ ਜਾਂਦੇ ਹਾਂ ਕਿ ਮੈਨੂੰ ਇੱਥੇ ਕਾਮਯਾਬੀ ਨਹੀਂ ਮਿਲ ਰਹੀ। ਉੱਥੇ ਤਾਂ ਗੇਮ ਦੀ ਗੱਲ ਸੀ, ਬੱਚਿਆਂ ਦੀ ਖੇਡ ਦੀ ਗੱਲ ਸੀ, ਪਰ ਕਈ ਆਪਣੇ ਬਿਜ਼ਨਸ ਨੂੰ ਲੈ ਕੇ, ਕਈ ਆਪਣੀ ਸਿਹਤ ਨੂੰ ਲੈ ਕੇ, ਕਈ ਆਪਣੇ ਹੋਰ ਕੰਮਾਂ ਨੂੰ ਲੈ ਕੇ ਵੀ ਉਦਾਸ ਹੋ ਕੇ, ਨਿਰਾਸ਼ ਹੋ ਕੇ ਬਹਿ ਜਾਂਦੇ ਆ ਕਿ ਸਾਨੂੰ ਅੱਜ ਸਫਲਤਾ ਨਹੀਂ ਮਿਲਦੀ ਜਾਂ ਅਸੀਂ ਅੱਗੇ ਨਹੀਂ ਵਧ ਰਹੇ। ਤਾਂ ਉਸ ਲਈ ਕੀ ਕਿਹਾ ਉਹਨਾਂ ਨੇ? ਜਦੋਂ ਲੜਕੇ ਨੇ ਕਿਹਾ ਕਿ ਮਹਾਰਾਜ ਉਹ ਮੈਨੂੰ ਖਿਲਾਉਂਦੇ ਨਹੀਂ ਹੈ, ਉਹ ਕਹਿੰਦੇ ਤੈਨੂੰ ਇਹ ਖੇਲ ਬਾਰੇ ਪਤਾ ਨਹੀਂ ਹੈ, ਤੈਨੂੰ ਇਹ ਖੇਲ ਬਾਰੇ ਜਾਣਕਾਰੀ ਨਹੀਂ ਹੈ, ਜਾਂ ਤੂੰ ਅੱਛਾ ਖਿਡਾਰੀ ਨਹੀਂ ਹੈ, ਇਸ ਲਈ ਉਹਨਾਂ ਨੇ ਮੈਨੂੰ ਬਾਹਰ ਬਿਠਾ ਦਿੱਤਾ, ਤਾਂ ਮੈਂ ਉਦਾਸ ਹਾਂ, ਦੁਖੀ ਹਾਂ। ਤਾਂ ਉਸ ਲਈ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ। ਉਹ ਕਹਿੰਦੇ ਬੇਟਾ ਤੂੰ ਖੇਲਣਾ ਚਾਹੁੰਦਾ ਹੈ, ਤੂੰ ਚਾਹੁੰਦਾ ਹੈ ਖੇਲਣਾ, ਤੂੰ ਚਾਹੁੰਦਾ ਹੈ ਕਿ ਉਹ ਤੈਨੂੰ ਖਿਲਾਉਣ? ਕਹਿੰਦਾ ਜੀ ਹਾਂ ਮੈਂ ਚਾਹੁੰਦਾ ਹਾਂ। ਤਾਂ ਕਹਿੰਦੇ ਬੇਟਾ ਫਿਰ ਯਾਦ ਰੱਖ, ਜੇ ਤੂੰ ਖੇਲਣਾ ਚਾਹੁੰਦਾ ਹਾਂ ਤਾਂ ਫਿਰ ਰੋਣ ਨਾਲ ਕੋਈ ਗੱਲ ਨਹੀਂ ਬਣਨੀ। ਤੂੰ ਇੱਥੇ ਉਦਾਸ ਹੋ ਕੇ ਬੈਠੇਗਾ, ਰੋਈ ਜਾਏਗਾ, ਉਹਨਾਂ ਦੀ ਤਰਫ ਦੇਖੀ ਜਾਏਗਾ ਤਾਂ ਗੱਲ ਨਹੀਂ ਬਣਨੀ। ਫਿਰ ਤੈਨੂੰ ਚਾਹੀਦਾ, ਜੇ ਖੇਲਣਾ ਚਾਹੀਦਾ ਹੈ ਤਾਂ ਰੋ ਕੇ, ਉਦਾਸ ਹੋ ਕੇ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਏ ਉੱਠ ਔਰ ਇਹ ਖੇਲ ਬਾਰੇ ਸਿੱਖ, क्योंकि सीखोगे नहीं तो जीतोगे कैसे। उन्होंने एक बच्चा ना लाइन बड़ी प्यारी है कि जो सीखेगा वो ही जीतेगा।
कि अगर तू सीखेगा, उठ के मेहनत करेगा, तो फिर तू जितेगा भी जरूर, खेलेगा भी जरूर और कामयाबी भी तेनू जरूर मिलेगी। हुण जरा तुसी भी ये पॉइंट नोट करना, क्योंकि ये पॉइंट सिर्फ उस नौजवान वास्ते नहीं है, ये साडे सारिਆਂ वास्ते। कई बार बंदा कहता मैं दुकानदार हाँ, मेरी दुकान नहीं चलती, तो सानू इत्थे सोचना चाहिए कि दुनिया अगे तो अगे बदल रही है, कि मैं दुकानदारी दे या अपने बिजनेस के कोई नवे ढंग सीख रहा हाँ? समझते हो कि नहीं? क्योंकि अज तो 10 साल पहला मार्केट के नियम कुछ होर सी और अज नियम कुछ होर है। समझते हो कि नहीं? क्योंकि तुसी देखते हो कि जे एक कंपनी 10 साल पुरानी चीज़ दिंदी है तो अज दी दूसरी कंपनी का मुकाबला कभी कर ही नहीं सकती, क्योंकि टैक्नोलॉजी नवी आ गई है। हुण फर्ज करो एक कार होवे, वो कहे कि असीं फीएट गड्डी 1990 च दिंदे सी, तो अज भी असीं फीएट ही देनी है, अपनी गड्डी नूं चेंज करना ही नहीं है। उदों चलदी सी पर अज नहीं चलेगी, क्योंकि अज टैक्नोलॉजी बदल गई। सो हर पल अगे वधन वास्ते सानू कुछ ना कुछ सिखते समझते रहना चाहिए है, क्योंकि जिन्ना असीं सिखते चले जाते हैं, समझते चले जाते हैं, उन्नी साडी जित, कामयाबी, सफलता सानू मिलती चली जाती है, उन्नी साडी जित होंदी चली जाती है। इसलिए तुसी जिस बिजनेस भी हो, जो भी कर्म करना है, जिधर भी तुसी तरक्की करनी है, वो बारे सीखना समझना शुरू कर दो, क्योंकि जिन्नी तुहाडी नॉलेज बढ़ेगी उन्ना तुसी कामयाब होंदे चले जाओगे। ये याद रखना सारिਆਂ ने कि जे मैं जितना है, जे मैं अगे ਵਧਣਾ है, तो मैनू सीखना भी पैना है, समझना भी पैना है। और जिद्दां हज़रत अली ने बड़ी प्यारी गल कही है, इत्थे हज़रत अली की एक लाइन भी सानू याद आ गई। उन्होंने बड़ी प्यारी गल कही है हज़रत अली ने। हज़रत अली अपने एक शब्द के अंदर की दसदे है कि हर काम को करने का और जिंदगी को जीने का एक बेहतर तरीका होता है, जो उसको सीख लेता है वही असली ज्ञानवान है। यानी शब्द तो अरबी दे है, पर इत्थे असीं इहदा हिंदी विच तर्जमा किया है जो हज़रत अली ने किया है, क्योंकि हज़रत अली कहते हर काम नूं करन दा और जिंदगी नूं जीण दा एक बेहतर तरीका हुंदा है। जिहड़ा उसनूं सिख लैंदा है, समझ लैंदा है, वही असली ज्ञानवान है और उन्होंने कामयाबी भी मिलती है। समझदे हो कि नहीं? हुण तुसीं जो भी चीज़ करते हो, चाहे घर च औरत खाना बनाती है या आदमी कोई होर काम करता है, जरा समझना कि जो ऐसी चीज़ बना रहे हैं ना, ये ना सोचो कि यही बेस्ट है, ये तो भी वधिया चीज़ बन सकती है। अगर मैं कोशिश करा, मेहनत करा, तो ये तो वधिया मैं बना सकता। ताही कहते हर काम को करने का और जिंदगी को जीने का एक बेहतर तरीका होता है। हुण तुसीं दिन किद्दां बितांदे हो, जिद्दां दा दिन तुसीं बितांदे हो, याद रखो इस तो वधिया दिन भी तुहाडा बीत सकता है, इस तो वधिया पल भी बीत सकते हैं, पर ਉਹਦੇ वास्ते ਤੁਹਾਨੂੰ खोज करनी पैनी है, सीखना पैना है। हुण उदाहरण ले लो, एक बंदा चाह का कप बनाता है, हुण रोज चाह बना रहा है, पर जे सोचे कि चाह तो मैं रोज बनाता हाँ, पर इनू होर अच्छा किद्दां बनावां, होर अच्छा मैं की कर सकता है। समझदे हो कि नहीं? हुण कई जगह तुसीं देखिया ना कि अगे तो चाह मिलती सी, अजकल नाल जुड़ गया स्पैशल टी, स्पैशल चाह। उत्ते स्पैशल वो की कर देंगे, थोड़ी जी झग बना के उपर उन्होंने ड्राई फ्रूट ना वो किया होंदा मैश, यानी वह झूर भूर किया होंदा, तो उपर माड़े झग के उपर पा देंगे कहते स्पैशल चाह। हालांकि थल्ले उही है, उपर थोड़ी जी दुध की झग पा के वो ड्राई फ्रूट पा देंगे हैं और कह देंगे इनू स्पैशल टी। हुण इहदा मतलब की है कि नॉर्मल टी जिथे बंदा कहता कि 20 रुपए का कप है, उत्थे स्पैशल चाह 40-45 रुपए की मिलती है। जरा समझना, क्योंकि कुछ स्पैशल कर देंगे हैं। सो दसना की चाहते, तुसीं भी थोड़ा जिहा अपने बारे विचार करना कि मैं जो कर रहा, जे कोई मैं बिजनेस कर रहा, कोई दुकानदार है, या मैं कुछ भी कर रहा हाँ, या मैं घर च भी कुछ कर रहा, पुछो अपने आप नूं कि इसनूं मैं बेहतर तरीके नाल किदां कर सकदा। और जदों तुसीं बेहतर तरीके नाल करन दी कोशिश कीती, तो याद रखो जदों बेहतर तरीके नाल करदे हो तो तुहाडी जिंदगी बेहतर होनी शुरू हो जाती है, क्योंकि अगे नालों ज़्यादा तुसीं बेहतर कर रहे हो, इसदा मतलब अगे नालों ज़्यादा चंगे हो गए तुसीं। जिद्दां एक टेलर है, एक टेलर जो कोई कपड़ा सींदा है, तो हुण सोचे कि इदां दा कपड़ा तो मैं रोज़ सींदा है, पर हुण मैं इसे कपड़े नूं, चाहे कुर्ता पजामा है, इनू मैं होर अच्छे ढंग नाल किदां सी सकदा, होर मैं इहदे च किहड़ी नवीं टेक्नीक इस्तेमाल कर सकदा कि इहनूं होर देखण नूं सुंदर लगे, पाए हुए नूं ज़्यादा अच्छा लगे कि लै भी कुर्ते पजामे तो सारे सींदे, पर इन्हां कोई स्पैशल कीता। हुण जदों वो अपनी कला नूं बेहतर करेगा, तो फिर वो टेलरां दा नाम भी
ਦੂਜੇ ਨਾਲੋਂ ਬਿਹਤਰ ਆ ਜਾਣਾ ਕਿ ਨਾ ਲੈ ਵੀ ਉਹ ਚੰਗਾ ਹੈ, ਉਹ ਬਿਹਤਰ ਹੈ, ਉਹ ਕੋ ਜਾਈਏ। ਕਿਉਂਕਿ ਤੁਹਾਡੀ ਵੈਲਿਊ ਤੁਹਾਡੇ ਕੰਮ ਤੋਂ ਹੀ ਪਤਾ ਲੱਗਦੀ ਹੈ, ਇਹ ਯਾਦ ਰੱਖਣਾ ਤੁਸੀਂ। ਔਰ ਜੇ ਤੁਸੀਂ ਆਪਣੀ ਵੈਲਿਊ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਫਿਰ ਇਹ ਸੋਚੋ ਕਿ ਮੈਂ ਹਰ ਕੰਮ ਨੂੰ, ਜੋ ਵੀ ਮੈਂ ਕਰਦਾ ਇਹਨੂੰ ਹੋਰ ਅੱਛੇ ਢੰਗ ਨਾਲ ਮੈਂ ਕਿੱਦਾਂ ਕਰ ਸਕਦਾ ਹਾਂ। ਜੇ ਮੈਂ ਬੋਲਦਾ ਹਾਂ ਤਾਂ ਮੈਂ ਆਪਣੇ ਬੋਲਣ ਵਿੱਚ ਅੱਛਾ ਕਿੱਦਾਂ ਕਰ ਸਕਦਾ ਹਾਂ। ਫਰਜ਼ ਕਰੋ ਕਈ ਵਾਰ ਬੰਦਾ ਕਹਿੰਦਾ ਬਹੁਤ ਤੇਜ਼ੀ ਨਾਲ ਬੋਲਦਾ, ਬਹੁਤ ਗੁੱਸੇ ਨਾਲ ਬੋਲਦਾ, ਤਾਂ ਇਹਨੂੰ ਮੈਂ ਕਿੱਦਾਂ ਪਿਆਰ ਨਾਲ ਕਰ ਸਕਦਾ। ਸਮਝਦੇ ਹੋ ਕਿ ਨਹੀਂ? ਮੈਂ ਆਪਣੀ ਜ਼ੁਬਾਨ ਤੇ ਕਿੱਦਾਂ ਕੰਟਰੋਲ ਕਰ ਸਕਦਾ ਕਿ ਮੇਰੀ ਜ਼ੁਬਾਨ ਤੋਂ ਗਾਲੀ ਨਾ ਨਿਕਲੇ, ਜਾਂ ਮੇਰੀ ਜ਼ੁਬਾਨ ਤੋਂ ਕੋਈ ਅਪਸ਼ਬਦ ਨਾ ਨਿਕਲੇ, ਮੇਰੀ ਜ਼ੁਬਾਨ ਦੇ ਉੱਪਰੋਂ ਮਿਠਾਸ ਨਿਕਲੇ। ਯਾਨੀ ਮੈਂ ਬੋਲਣਾ ਤਾਂ ਹੈ, ਪਰ ਇਹਨੂੰ ਹੋਰ ਅੱਛੀ ਤਰ੍ਹਾਂ ਕਿੱਦਾਂ ਬੋਲ ਸਕਦਾ। ਮੈਂ ਕਿਸੇ ਨੂੰ ਮਿਲਣਾ ਤਾਂ ਹੈ, ਮੈਂ ਹੋਰ ਅੱਛੀ ਤਰ੍ਹਾਂ ਕਿੱਦਾਂ ਮਿਲ ਸਕਦਾ ਹਾਂ ਕਿ ਅਗਲੇ ਨੂੰ ਖੁਸ਼ੀ ਜ਼ਿਆਦਾ ਹੋਵੇ। ਸਮਝਦੇ ਹੋ ਕਿ ਨਹੀਂ? ਕੋਈ ਮੇਰੇ ਕੋਲ ਕਸਟਮਰ ਆਉਂਦਾ ਹੈ, ਬੰਦਾ ਕਹਿੰਦਾ ਹੈ, ਤਾਂ ਮੈਨੂੰ ਕਿੱਦਾਂ ਹੋਰ ਅੱਛੀ ਤਰ੍ਹਾਂ ਮਿਲ ਸਕਦਾ ਤਾਂ ਕਿ ਦੁਬਾਰਾ ਵੀ ਇਹ ਖਿੱਚਿਆ ਆਵੇ ਕਿ ਭਾਈ ਉਹ ਬੰਦਾ ਬੜਾ ਅੱਛਾ ਹੈ। ਚੀਜ਼ ਨਹੀਂ ਮਿਲੀ ਪਰ ਉਹਦਾ ਬਿਹੇਵੀਅਰ ਬਹੁਤ ਅੱਛਾ ਹੈ, ਇਸ ਲਈ ਦੁਬਾਰਾ ਮਿਲੀਏ ਉਸ ਨੂੰ। ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖੋ, ਦੁਨੀਆ ਇਹ ਯਾਦ ਨਹੀਂ ਰੱਖਦੀ ਕਿ ਤੁਸੀਂ ਕਿੰਨੇ ਸੁੰਦਰ ਹੋ। ਸਮਝਦੇ ਹੋ ਕਿ ਨਹੀਂ? ਹੁਣ ਇੱਥੇ ਕਿ ਆਪਣੇ ਆਪ ਨੂੰ ਤੁਸੀਂ ਸਵਾਲ ਪੁੱਛਣਾ ਹੈ ਕਿ ਮੈਂ ਕਿਸੇ ਬਹੁਤ ਸੁੰਦਰ ਇਨਸਾਨ ਨੂੰ ਦੇਖ ਲੈਂਦਾ ਹਾਂ ਤਾਂ ਉਹਨੂੰ ਕਿੰਨੇ ਦਿਨ ਯਾਦ ਰੱਖੂੰਗਾ ਮੈਂ? 1 ਦਿਨ, 2 ਦਿਨ, ਹਫ਼ਤਾ, 10 ਦਿਨ। ਪਰ ਅਗਰ ਕੋਈ ਆਦਮੀ ਮੈਨੂੰ ਗਾਲੀ ਦੇ ਦੇਵੇ, ਉਹਨੂੰ ਕਿੰਨੇ ਦਿਨ ਯਾਦ ਰੱਖੂੰ ਮੈਂ? ਜਵਾਬ ਦਿਓ ਸਾਨੂੰ। ਪੁੱਛ ਕੇ ਦੇਖੋ ਆਪਣੇ ਆਪ ਨੂੰ ਕਿ ਕਿਸੇ ਸੁੰਦਰ ਚਿਹਰੇ ਨੂੰ ਮੈਂ ਕੋਲ ਦੀ ਲੰਘਦਾ ਦੇਖ ਲਿਆ, ਬੜਾ ਸੁੰਦਰ ਹੈ ਵੀ, ਉਹਨੂੰ ਕਿੰਨੇ ਦਿਨ ਯਾਦ ਰੱਖੂੰਗਾ? ਹੋ ਸਕਦਾ ਘਰ ਤੱਕ ਜਾਂਦੇ ਜਾਂਦੇ ਭੁੱਲ ਹੀ ਜਾਵਾਂ, ਪਰ ਕੋਈ ਮੈਨੂੰ ਗਾਲੀ ਦੇਗਾ ਤਾਂ ਉਹਨੂੰ ਮੈਂ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦਾ। ਤਾਂ ਦੂਸਰੀ ਗੱਲ, ਕੋਈ ਮੇਰੇ ਨਾਲ ਅੱਛਾ ਸਲੂਕ ਕਰੇਗਾ, ਕੋਈ ਮੈਨੂੰ ਮੇਰੀ ਹੈਲਪ ਕਰ ਦੇਗਾ, ਮੇਰੀ ਮਦਦ ਕਰ ਦੇਗਾ। ਮੈਂ ਕਿਸੇ ਮੁਸ਼ਕਿਲ 'ਚ ਕੋਈ ਆਏਗਾ ਔਰ ਮੈਨੂੰ ਉਹ ਮੁਸ਼ਕਿਲ 'ਚੋਂ ਕੱਢ ਲਏਗਾ, ਚਾਹੇ ਉਹ ਮੁਸ਼ਕਿਲ ਇਹੀ ਹੋਵੇ ਕਿ ਮੈਨੂੰ ਰਸਤੇ ਦਾ ਨਾ ਪਤਾ ਲੱਗਦਾ ਹੋਵੇ, ਕੋਈ ਆਏਗਾ ਔਰ ਮੇਰੀ ਹੈਲਪ ਕਰੇਗਾ ਔਰ ਮੈਨੂੰ ਮੰਜ਼ਿਲ ਤੇ ਛੱਡ ਦੇਗਾ। ਹੁਣ ਯਾਦ ਰੱਖੋ ਹਮੇਸ਼ਾ ਕਿ ਸੁੰਦਰਤਾ ਕੀ ਹੈ, ਬੰਦੇ ਦਾ ਪਹਿਰਾਵਾ ਕੀ ਹੈ, ਇਹਨੂੰ ਬਹੁਤੀ ਦੇਰ ਯਾਦ ਨਹੀਂ ਰੱਖਿਆ ਜਾਂਦਾ, ਪਰ ਤੁਸੀਂ ਅਗਲੇ ਨਾਲ ਬਿਹੇਵੀਅਰ ਕੀ ਕਰਦੇ ਹੋ, ਅੱਛਾ ਇਹ ਵੀ ਯਾਦ ਰਹਿੰਦਾ ਤਾਂ ਬੁਰਾ ਇਹ ਵੀ ਯਾਦ ਰਹਿੰਦਾ ਹੈ। ਹੁਣ ਤੁਸੀਂ 2 ਤਰੀਕੇ ਨਾਲ ਦੂਜੇ ਦੇ ਦਿਲ 'ਚ ਆਪਣੀ ਯਾਦਾਂ ਛੱਡ ਸਕਦੇ ਹੋ, ਅੱਛਾਈ ਦੇ ਰੂਪ 'ਚ ਵੀ ਔਰ ਬੁਰਾਈ ਦੇ ਰੂਪ 'ਚ ਵੀ। ਪਰ ਇਹ ਯਾਦ ਰੱਖੋ, ਅੱਛਾਈ ਦੇ ਰੂਪ 'ਚ ਯਾਦਾਂ ਛੱਡ ਕੇ ਜਾਓਗੇ ਤਾਂ ਸਾਰੀ ਜ਼ਿੰਦਗੀ ਉਹ ਤੁਹਾਨੂੰ ਅੱਛੇ ਢੰਗ ਨਾਲ ਯਾਦ ਕਰੇਗਾ ਔਰ ਆਪਣੀ ਤਰਫੋਂ ਅੱਛੀ ਵੇਵਸ ਭੇਜੇਗਾ, ਅੱਛੀਆਂ ਤਰੰਗਾਂ ਤੁਹਾਡੇ ਵੱਲ ਭੇਜੇਗਾ। ਉਹ ਜਦ ਵੀ ਤੁਹਾਡੀ ਉਹਨੂੰ ਯਾਦ ਆਏਗੀ, ਜੇ ਤੁਸੀਂ ਕੁਝ ਅੱਛਾ ਕੀਤਾ ਨਾ, ਤਾਂ ਇਹ ਜ਼ਰੂਰ ਕਹੇਗਾ ਕਿ ਉਹ ਬੰਦਾ ਬੜਾ ਚੰਗਾ ਸੀ, ਰੱਬਾ ਜਿੱਥੇ ਵੀ ਰਵੇ ਉਹ ਸੁਖੀ ਰਵੇ। ਸਮਝਦੇ ਹੋ? ਕਿਉਂਕਿ ਇਹੀ ਬੰਦੇ ਅੰਦਰੋਂ ਨਿਕਲਦਾ ਹੈ। ਤਾਂ ਜੇ ਅਸੀਂ ਕਿਸੇ ਦਾ ਬੁਰਾ ਬਿਹੇਵੀਅਰ ਕਰਦੇ ਹਾਂ ਤਾਂ ਜਦੋਂ ਵੀ ਉਹਦੀ ਯਾਦ ਆਣੀ ਨਾ, ਅੰਦਰ ਤਕਲੀਫ ਹੋਣੀ ਹੈ। ਜਦੋਂ ਤਕਲੀਫ ਹੋਣੀ ਹੈ ਤਾਂ ਬੰਦੇ ਨੇ ਕਹਿਣਾ ਬੰਦਾ ਚੰਗਾ ਨਹੀਂ ਸੀ, ਬੰਦਾ ਬਹੁਤ ਬੁਰਾ ਸੀ। ਤੇ ਬੁਰੀਆਂ ਤਰੰਗਾਂ ਸਾਡੇ ਵੱਲ ਆਉਂਦੀਆਂ ਤਾਂ ਕਿਤੇ ਨਾ ਕਿਤੇ ਉਹਦਾ ਇਫੈਕਟ ਸਾਡੇ ਤੇ ਪੈਂਦਾ ਹੈ। ਜਿਹਦਾ ਸਾਇੰਸ ਕਹਿੰਦੀ ਹੈ ਨਾ ਕਿ ਜੇ ਤੁਸੀਂ ਇੱਕ ਵੀ ਪੱਥਰ ਪਾਣੀ 'ਚ ਮਾਰਦੇ ਹੋ ਨਾ ਸਮੁੰਦਰ 'ਚ, ਤਾਂ ਉਹਦੀ ਲਹਿਰ ਤਰੰਗ ਤੁਹਾਡੀ ਤਰਫ ਜ਼ਰੂਰ ਆਉਂਦੀ ਹੈ। ਕਦੀ ਦੇਖ ਲਿਓ ਕਿਸੇ ਤਲਾਬ ਦੇ ਨਾ ਕੋਲ ਖੜ ਕੇ ਤੁਸੀਂ ਇੱਕ ਛੋਟੀ ਜਿਹੀ ਬੱਟੀ ਵੀ ਮਾਰੋਗੇ ਨਾ, ਇੱਦਾਂ ਲਹਿਰ ਫੈਲੇਗੀ। ਜਿੱਥੇ ਬੱਟੀ ਵੱਜੇਗੀ ਉਤੋਂ ਇੱਦਾਂ ਲਹਿਰਾਂ ਜਾਣਗੀਆਂ ਔਰ ਜਾਂਦੀ ਜਾਂਦੀ ਚਾਰੋਂ ਤਰਫ ਫੈਲਣਗੀਆਂ। ਇਸੇ ਤਰ੍ਹਾਂ ਤੁਸੀਂ ਜੋ ਕਰਮ ਕਰਦੇ ਹੋ ਉਹ ਵੀ ਇੱਕ ਤੁਹਾਡੀ ਤਰਫੋਂ ਉਹ ਪੱਥਰ ਇਸ ਸੰਸਾਰ ਰੂਪੀ ਸਾਗਰ 'ਚ ਫੈਂਕਿਆ ਜਾਂਦਾ ਔਰ ਜਿੱਦਾਂ ਦਾ ਜਾਣਾ ਉਦਾਂ ਦੀ ਵੇਵਸ ਤੁਹਾਡੀ ਤਰਫ ਆਣੀ ਹੈ। ਇਸ ਲਈ ਇਹ ਸੋਚੋ ਕਿ ਹਰ ਕੰਮ ਨੂੰ ਕਰਨ ਦਾ ਔਰ ਜ਼ਿੰਦਗੀ ਨੂੰ ਜੀਣ ਦਾ ਇੱਕ ਬਿਹਤਰ ਤਰੀਕਾ ਹੁੰਦਾ ਹੈ, ਔਰ ਜਿਹੜਾ ਉਹਨੂੰ ਖੋਜ ਲੈਂਦਾ ਹੈ, ਉਹਨੂੰ ਸਮਝ ਲੈਂਦਾ ਹੈ, ਕਹਿੰਦੇ ਉਹੀ ਅਸਲੀ ਗਿਆਨਵਾਨ ਹੈ। ਸਮਝਦੇ ਹੋ ਕਿ ਨਹੀਂ? ਗਿਆਨਵਾਨ ਦਾ ਮਤਲਬ ਇਹ ਨਹੀਂ ਕਿ ਕਿੰਨੀਆਂ ਕਿਤਾਬਾਂ ਪੜ੍ਹੀਆਂ, ਕਿੰਨੀ ਨੌਲੇਜ ਇਕੱਠੀ ਕਰ ਲਈ, ਕਿਤਾਬਾਂ ਪੜ੍ਹ ਲਈਆਂ, ਨੌਲੇਜ ਇਕੱਠੀ ਕਰ ਲਈ, ਪਰ ਜੇ ਅੱਛਾ ਕਰਮ ਹੀ ਨਾ ਕੀਤਾ, ਅੱਛਾਈ ਨਾ ਕੀਤੀ, ਤਾਂ ਸਾਰੀ ਨੌਲੇਜ ਦਾ ਕੀ ਫਾਇਦਾ? ਇਸ ਲਈ ਮੈਂ ਕਿੱਦਾਂ ਹੋਰ ਅੱਛਾ ਕਰ ਸਕਦਾ ਹਾਂ? ਸਮਝਣਾ ਜ਼ਰਾ ਸਾਰਿਆਂ ਨੂੰ ਕਿ ਆਪਣੇ ਦਿਨ ਨੂੰ ਮੈਂ ਕਿੱਦਾਂ ਅੱਛਾ ਬਿਤਾ ਸਕਦਾ। ਔਰ ਅੱਛਾ ਬਿਤਾਉਣ ਦਾ ਮਤਲਬ ਇਹ ਨਹੀਂ ਕਿ ਅੱਛੇ ਦਾ ਮਤਲਬ ਕਿ ਮੈਂ ਕੁਰਸੀ ਤੇ ਬੈਠਾ ਰਵਾਂ ਔਰ ਟੀਵੀ ਦੇਖਦਾ ਰਵਾਂ, ਬੜਾ ਅੱਛਾ ਦਿਨ ਨਹੀਂ। ਅੱਛੇ ਦਾ ਮਤਲਬ ਹੈ ਮੈਂ ਕੀ ਬਿਹੇਵੀਅਰ ਅੱਛਾ ਕਰ ਸਕਦਾ, ਮੈਂ ਆਪਣੀ ਬੋਲਬਾਣੀ ਨੂੰ ਕਿੱਦਾਂ ਅੱਛਾ ਕਰ ਸਕਦਾ ਹਾਂ, ਮੈਂ ਹੋਰ ਅੱਛੇ ਢੰਗ ਨਾਲ ਕਿੱਦਾਂ ਇੱਕ ਦੂਜੇ ਨਾਲ ਮਿਲ ਸਕਦਾ ਹਾਂ, ਆਪਣਾ ਜੋ ਕੰਮ ਕਰਦੇ ਨੂੰ ਕਿੱਦਾਂ ਕਰ ਸਕਦਾ ਹਾਂ। ਸਮਝਦੇ ਹੋ ਕਿ ਨਹੀਂ? ਇਸ ਲਈ ਹਮੇਸ਼ਾ ਯਾਦ ਰੱਖੋ ਕਿ ਹਰ ਕੰਮ ਨੂੰ ਕਰਨ ਦਾ ਔਰ ਜ਼ਿੰਦਗੀ ਜੀਣ ਦਾ ਇੱਕ ਬਿਹਤਰ ਤਰੀਕਾ ਹੁੰਦਾ ਹੈ। ਬਸ ਇੱਥੇ ਉਹਦੀ ਖੋਜ ਕਰਨੀ ਹੈ ਔਰ ਜਿਹੜਾ ਉਹਦੀ ਖੋਜ ਕਰਦਾ ਚਲਾ ਜਾਂਦਾ ਹੈ, ਕਿਉਂਕਿ ਜਿੰਨਾ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਜਾਂਦੇ ਹੋ, ਬਿਹਤਰ ਕਰਦੇ ਚਲੇ ਜਾਂਦੇ ਹੋ, ਤਾਂ ਯਾਦ ਰੱਖੋ ਜਿੰਨੀ ਤੁਹਾਡੀ ਕਰਨੀ ਬਿਹਤਰ ਹੋ ਜਾਂਦੀ ਹੈ, ਉਨਾ ਤੁਸੀਂ
ਬਿਹਤਰ ਹੋ ਜਾਂਦੇ ਹੋ, ਕਿਉਂਕਿ ਫਿਰ ਕਹਾਂਗੇ ਕਿ ਤੁਹਾਡੀ ਕਰਨੀ ਤੋਂ ਹੀ ਤੁਹਾਡੀ ਵੈਲਿਊ ਦਾ ਪਤਾ ਲੱਗਦਾ ਹੈ। ਸਮਝਦੇ ਹੋ ਕਿ ਨਹੀਂ? ਕਿਉਂਕਿ ਤੁਸੀਂ ਜਿਹਨੂੰ ਵੀ ਪੁੱਛੋ ਭਾਈ ਤੇਰਾ ਕੰਮ ਕੀ ਹੈ, ਹੁਣ ਕੋਈ ਕਹਿ ਦੇਵੇ ਮੈਂ SSP ਹਾਂ, ਤਾਂ ਤੁਹਾਡੀਆਂ ਨਜ਼ਰਾਂ 'ਚ ਵੈਲਿਊ ਬਣ ਗਈ। ਔਰ ਕੋਈ ਕਹਿ ਦੇਵੇ ਉਹ ਭਾਈ ਮੈਂ ਤਾਂ ਰਿਕਸ਼ਾ ਚਲਾਉਣ ਵਾਲਾ ਹਾਂ, ਤਾਂ ਤੁਹਾਡੀਆਂ ਨਜ਼ਰਾਂ 'ਚ ਵੈਲਿਊ ਡਾਊਨ ਹੋ ਗਈ। ਚਾਹੇ ਉਹਦੀ ਉਹ ਵੈਲਿਊ ਨਹੀਂ ਹੋ ਸਕਦੀ ਜੋ ਅਸੀਂ ਕਹਿੰਦੇ ਕਿ ਇੱਕ SSP ਹੋ ਗਿਆ, ਇੱਕ DC ਹੋ ਗਿਆ, ਜਾਂ ਕੋਈ ਬੜਾ ਅਫਸਰ ਹੋ ਗਿਆ। ਫਰਕ ਕੀ ਹੈ ਉਹ ਵੀ ਇਨਸਾਨ ਹੈ, ਉਹ ਵੀ ਇਨਸਾਨ, ਪਰ ਫਰਕ ਪੈਂਦਾ ਕਰਨੀ ਦਾ। ਔਰ ਇੱਥੇ ਇਹ ਵੀ ਦੱਸਣਾ ਚਾਹਾਂਗੇ ਕਿ ਜਦੋਂ ਸਾਡੀ ਕਰਨੀ ਨੇਕ ਭਾਵਨਾ ਵਾਲੀ ਹੋਵੇ ਨਾ, ਤਾਂ ਫਿਰ ਇਹ ਸਾਡੀ ਕਰਨੀ ਸਾਨੂੰ ਇੰਨਾ ਉੱਚਾ ਲੈ ਜਾਂਦੀ ਹੈ। ਕਹਿੰਦੇ ਇੱਕ ਸਰਵੇ ਹੋਇਆ ਸੀ ਕਿ ਇੰਗਲੈਂਡ ਦੇ ਅੰਦਰ, ਤੁਹਾਨੂੰ ਪਤਾ ਹੈ ਕਿ ਲੇਡੀ ਡਾਇਨਾ ਸੀ, ਜੋ ਕਿ ਜਿਹਦੀ ਡੈਥ ਹੋ ਗਈ, ਤਾਂ ਬੜੀ ਦੁਨੀਆ ਨੇ TV ਤੇ ਦੇਖਿਆ ਉਸ ਨੂੰ। ਸਮਝ ਨਾ, ਜਰਾ ਨਾਰਮਲ ਔਰਤ ਸੀ, ਪਰ ਉਹਦੀ ਸ਼ਾਦੀ ਜਿਹੜੀ ਪ੍ਰਿੰਸ ਦੇ ਨਾਲ ਹੋ ਗਈ। ਤਾਂ ਫਿਰ ਕਹਿੰਦੇ ਜਦੋਂ ਉਹਦੀ ਮੌਤ ਹੋਈ ਤਾਂ ਬਹੁਤ ਲੋਕਾਂ ਨੇ TV ਤੇ ਦੇਖਿਆ, ਕਿਉਂਕਿ ਰਾਜ ਘਰਾਣੇ ਦੀ ਬਹੂ ਸੀ। ਜਰਾ ਸਮਝਣਾ। ਔਰ ਫਿਰ ਇੱਕ ਦੂਸਰੀ ਔਰਤ ਮਦਰ ਟੈਰੇਸਾ, ਜਿਹੜੀ ਕਲਕੱਤਾ ਦੇ ਅੰਦਰ ਸੀ, ਜੋ ਗਰੀਬਾਂ ਦੀ ਮਦਦ ਕਰਦੀ ਸੀ, ਜਦੋਂ ਉਹਦੀ ਡੈਥ ਹੋਈ ਤਾਂ ਕਹਿੰਦੇ ਲੋਕਾਂ ਨੇ ਉਹਨੂੰ ਹੀ ਬੜਾ ਦੇਖਿਆ। ਪਰ ਜਦੋਂ ਉਹਨਾਂ ਰੇਟਿੰਗ ਦੇਖੀ ਤਾਂ ਮਦਰ ਟੈਰੇਸਾ ਦੀ ਜ਼ਿਆਦਾ ਸੀ। ਕਾਰਨ ਕੀ ਸੀ? ਉਹ ਕਿਸੇ ਰਾਜ ਘਰਾਣੇ ਦੀ ਲੜਕੀ ਨਹੀਂ ਸੀ, ਜਾਂ ਕਿਸੇ ਰਾਜ ਘਰਾਣੇ ਨਾਲ ਉਹਦਾ ਤਾਲੁਕ ਨਹੀਂ ਸੀ, ਪਰ ਉਹਦਾ ਤਾਲੁਕ ਸੀ ਲੋਕਾਂ ਦੇ ਦਿਲਾਂ ਨਾਲ। ਹੁਣ ਤੁਹਾਡੇ ਕੋਲ ਰਾਜ ਹੋਵੇ ਨਾ ਹੋਵੇ, ਪਾਠ ਹੋਵੇ ਨਾ ਹੋਵੇ, ਧਨ ਹੋਵੇ ਨਾ ਹੋਵੇ, ਦੌਲਤ ਹੋਵੇ ਨਾ ਹੋਵੇ, ਪਰ ਅਗਰ ਤੁਹਾਡੇ ਮਨ 'ਚ ਦੂਜਿਆਂ ਦੀ ਭਲਾਈ ਕਰਨ ਦੀ ਭਾਵਨਾ ਹੈ, ਤਾਂ ਤੁਸੀਂ ਉਨੇ ਹੀ ਉੱਚੀ ਜਗ੍ਹਾ ਪਹੁੰਚ ਜਾਂਦੇ ਹੋ, ਜਿੰਨੇ ਬੜੇ ਬੜੇ ਰਾਜੇ ਮਹਾਰਾਜੇ ਵੀ ਸ਼ਾਇਦ ਪਹੁੰਚ ਨਾ ਪਾਣ। ਇਸ ਲਈ ਅਸੀਂ ਤੁਹਾਨੂੰ ਇੱਕ ਗੱਲ ਕਹਾਂਗੇ ਕਿ ਤੁਸੀਂ ਕਿਸੇ ਦੇਸ਼ ਦੇ ਸ਼ਾਇਦ ਰਾਜੇ ਨਾ ਹੋ ਸਕੋ, ਪਰ ਤੁਸੀਂ ਦਿਲਾਂ ਦੇ ਰਾਜੇ ਜ਼ਰੂਰ ਬਣ ਸਕਦੇ ਹੋ, ਅੱਛਾ ਕਰਕੇ ਦੂਜੇ ਦਿਲਾਂ ਨੂੰ ਜਿੱਤ ਕੇ। ਅਸੀਂ ਕਿਸੇ ਸਲਤਨਤ ਨੂੰ ਨਹੀਂ ਜਿੱਤ ਸਕਦੇ। ਬੰਦਾ ਕਹਿੰਦਾ ਮੈਂ ਨਹੀਂ ਜਿੱਤ ਸਕਦਾ ਕਿਸੇ ਸਲਤਨਤ ਨੂੰ, ਪਰ ਮੈਂ ਅੱਛਾਈ ਕਰਕੇ ਦੂਜਿਆਂ ਦੇ ਦਿਲਾਂ ਨੂੰ ਜ਼ਰੂਰ ਜਿੱਤ ਸਕਦਾ, ਕਿਉਂਕਿ ਇੰਨੀ ਸ਼ਕਤੀ, ਇੰਨੀ ਸਮਝ ਤਾਂ ਰੱਬ ਨੇ ਸਭ ਨੂੰ ਦਿੱਤੀ ਹੋਈ ਹੈ। ਇਸ ਲਈ ਥੋੜਾ ਜਿਹਾ ਵਿਚਾਰ ਕਰਨਾ ਅੱਜ ਤੋਂ ਇਹ ਪੁਆਇੰਟ ਨੂੰ। ਕੋਈ ਵੀ ਕਰਮ ਕਰਨ ਲੱਗਿਆ ਇਹ ਸੋਚਣਾ ਹੈ ਕਿ ਇਸ ਕੰਮ ਨੂੰ ਮੈਂ ਹੋਰ ਅੱਛੇ ਢੰਗ ਨਾਲ ਕਿੱਦਾਂ ਕਰ ਸਕਦਾ। ਔਰ ਜਿੱਦਾਂ ਦੱਸਿਆ, ਜਿੰਨਾ ਤੁਸੀਂ ਉਹਨੂੰ ਅੱਛੇ ਢੰਗ ਨਾਲ ਕਰਦੇ ਚਲੇ ਜਾਓਗੇ, ਤੁਹਾਡੀ ਵੈਲਿਊ, ਤੁਹਾਡੀ ਕੀਮਤ ਵੀ ਵੱਧਦੀ ਚਲੀ ਜਾਏਗੀ। ਕਿਉਂਕਿ ਇੱਕ ਚਿੱਤਰਕਾਰ ਅਗਰ ਸੋਚੇ ਕਿ ਆ ਪੇਂਟਿੰਗ ਬਣਾਈ ਹੈ, ਪਰ ਮੈਨੂੰ ਹੋਰ ਅੱਛੀ ਕਿੱਦਾਂ ਬਣਾ ਸਕਦਾ ਹਾਂ, ਉਹ ਤੇ ਮਿਹਨਤ ਕਰੇ, ਤਾਂ ਜਿੰਨੀ ਉਹ ਮਿਹਨਤ ਕਰਦਾ ਚਲਾ ਜਾਏਗਾ, ਉਨਾ ਅੱਛਾ ਪੇਂਟਰ ਬਣਦਾ ਜਾਏਗਾ ਕਿ ਨਹੀਂ? ਜਰਾ ਸਮਝਣਾ ਸਾਰੇ ਨੇ। ਇੱਦਾਂ ਚਾਹੇ ਕੋਈ ਸੰਗੀਤਕਾਰ ਹੈ, ਚਾਹੇ ਕੋਈ ਕਿਸੇ ਵੀ ਬਿਜ਼ਨਸ 'ਚ ਹੈ, ਚਾਹੇ ਕੋਈ ਲੱਕੜ ਦਾ ਕੰਮ ਕਰਦਾ ਹੈ, ਚਾਹੇ ਕੋਈ ਸ਼ੌਪਕੀਪਰ ਹੈ, ਯਾਨੀ ਕੋਈ ਵੀ ਕੰਮ ਅਸੀਂ ਕਰਦੇ ਹਾਂ, ਅਗਰ ਅਸੀਂ ਇਹ ਸੋਚ ਲਈਏ ਕਿ ਇਹਨੂੰ ਮੈਂ ਹੋਰ ਅੱਛੇ ਢੰਗ ਨਾਲ ਕਿੱਦਾਂ ਕਰ ਸਕਦਾ ਹਾਂ, ਆਪਣੇ ਬੋਲ ਬਾਣੀ ਨੂੰ, ਬਿਹੇਵੀਅਰ ਨੂੰ ਲੈ ਕੇ ਇਹਨੂੰ ਮੈਂ ਹੋਰ ਅੱਛਾ ਕਿੱਦਾਂ ਬਣਾ ਸਕਦਾ ਹਾਂ, ਕਿਉਂਕਿ ਅੱਛਾ ਕਰਨ ਵਾਲਾ ਆਪਣੇ ਆਪ ਨੂੰ ਅਪਗ੍ਰੇਡ ਕਰ ਰਿਹਾ, ਔਰ ਅਪਗ੍ਰੇਡ ਹੋਣ ਵਾਲਾ ਬੰਦਾ ਹਮੇਸ਼ਾ ਅੱਗੇ ਵੱਧਦਾ ਹੈ। ਇਸ ਲਈ ਅੱਗੇ ਵਧਣਾ ਚਾਹੁੰਦੇ ਹੋ ਨਾ, ਤਾਂ हज़रत अली के वचन याद रखना कि हर काम को करने का और ज़िंदगी को जीने का एक बेहतर तरीका होता है। जो उसको खोज लेता है, समझ लेता है, वो ही सच्चा ज्ञानवान है। वो कहते असली ज्ञानवान वही है जिहड़ा ये चीज़ नूं खोज लवे कि मैं होर अच्छा किदां हो सकता है, मैं होर अच्छा किदां हो सकता है, मैं होर अपने आप नूं अपने रब दीआं रहमतां दे नेड़े किदां लैके जा सकदा है अच्छाई करके, अपने कर्मां नूं मैं किदां अच्छा कर सकदा, अपनी बोलबाणी नूं, अपने उठण बैठण नूं, अपने देखण नूं, खाण पीण नूं मैं होर अच्छा किदां कर सकदा है। इसलिए अज तो ये पॉइंट याद रखना तुसीं। और इधर गल ते आ जाइए कि अगर सीखोगे नहीं तो जीतोगे कैसे, कि जितना है जीवन च, तो याद रखो असीं जिस फील्ड च भी कामयाब होना चाहते ना, वो गुर सीखने शुरू कर दिओ। जिन्ना उन्होंने बारे सीखते चले जाते हैं, समझते चले जाते हैं, उन्नी साडी जितण दी जिहड़ी संभावना है वो वधदी चली जाती है। बोलो समझदे हो कि नहीं? हुण तुसीं देखो किसी ने अच्छा बैट्समैन बनना होवे तो हुण वो देखे कि लै भी मैनूं टीम खिला नहीं रही, तो बाहर बैठ के रोना शुरू कर देवे। हुण या तो रो के टाइम खराब कर सकता, या प्रैक्टिस करके सीख के कि मैं सीखा, मेहनत करा, प्रैक्टिस करा, ताकि मैं इन्ना अच्छा बन जावां कल नूं आप मैनूं बुलाण कि भाई तेरे वर्गा कोई नहीं, तू आके खेल। समझदे हो कि नहीं? इसलिए इहनूं कहंदे है कि असीं सीखते चले जाइए, क्योंकि कुदरत ने ये सानूं जिंदगी दित्ती है, और ये खास करके जिहड़ा सानूं माइंड दित्ता ना, मन, इहदी तां ही तां कोई सीमा नहीं रखी हुई। ये असीम क्यों दिता सानू कि तू जिन्ना चाहें ਇਹਦੇ अंदर नॉलेज जानकारी इकट्ठी कर सकता है, तू सीख सकता है, समझ सकता है। जरा समझना। इसलिए बस अपने आप को सीखण वास्ते तैयार करो, समझण वास्ते तैयार करो कि जिथों भी
ਕੋਈ ਸਾਨੂੰ ਅੱਛੀ ਗੱਲ ਮਿਲਦੀ ਹੈ ਉਹਨੂੰ ਸਿੱਖੀਏ, ਸਮਝੀਏ ਔਰ ਉਸ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰੀਏ। ਔਰ ਉਹਦੇ ਬਾਰੇ ਕਬੀਰ ਸਾਹਿਬ ਕਹਿੰਦੇ ਕਿ ਸੱਚਾ ਗਿਆਨੀ ਤਾਂ ਉਹੀ ਹੈ। ਸਮਝਦੇ ਹੋ ਕਿ ਨਹੀਂ? ਔਰ ਇੱਥੇ ਤੀਸਰੀ ਗੱਲ ਇੱਕ ਹੋਰ ਦੱਸਣਾ ਚਾਹਾਂਗੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ, ਕਿ ਉਹਨਾਂ ਨੇ ਤੀਸਰੀ ਗੱਲ, ਇੱਕ ਬੜੀ ਪਿਆਰੀ ਜਿਹੀ ਗੱਲਾਂ ਤਾਂ ਉਹਨਾਂ ਨੇ ਬਹੁਤ ਕੀਤੀਆਂ, ਪਰ ਇੱਥੇ ਤੀਸਰਾ ਪੁਆਇੰਟ ਅਸੀਂ ਇਹ ਦੱਸਣਾ ਚਾਹਾਂਗੇ, ਉਹਨਾਂ ਨੇ ਕਿਹਾ ਕਿ ਜ਼ਿੰਦਗੀ ਬੜੀ ਨਹੀਂ ਮਹਾਨ ਹੋਣੀ ਚਾਹੀਦੀ ਹੈ। ਕਈ ਵਾਰ ਬੰਦਾ ਕਹਿੰਦਾ ਮੈਨੂੰ ਲੰਬੀ ਉਮਰ ਚਾਹੀਦੀ ਹੈ, 100 ਸਾਲ ਜੀਵਾਂ। ਉਹ 100 ਸਾਲ ਜੀਣ ਦਾ ਵੀ ਕੀ ਫਾਇਦਾ ਜੇ ਅਸੀਂ ਕੋਈ ਜੀਵਨ 'ਚ ਅੱਛਾਈ ਨਾ ਕੀਤੀ, ਜੇ ਜੀਵਨ 'ਚ ਕੋਈ ਅੱਛਾ ਨਾ ਕੀਤਾ। ਜੇ ਸਾਡਾ ਜੀਵਨ ਹੀ ਅੱਛਾ ਨਹੀਂ ਹੈ ਤਾਂ ਫਿਰ ਸਾਡਾ ਉਹ 100 ਸਾਲ ਦਾ ਜੀਵਨ ਵੀ ਬੇਅਰਥ ਹੈ। ਔਰ ਇਹੀ ਗੱਲ ਨੂੰ ਸੰਤ ਦਾਦੂ ਦਿਆਲ ਨੇ ਵੀ ਕਿਹਾ ਕਿ ਜੀਵਨ ਥੋੜਾ ਹੀ ਭਲਾ ਜੋ ਸਤ ਸਿਮਰਨ ਹੋਏ, ਲੱਖ ਬਰਸ ਕਾ ਜੀਵਨ ਲੇਖੇ ਧਰੇ ਨਾ ਕੋਏ। ਉਹ ਕਹਿੰਦੇ ਲੱਖਾਂ ਸਾਲਾਂ ਦੀ ਜ਼ਿੰਦਗੀ ਵੀ ਹੋਈ ਪਰ ਉਹ 'ਚ ਸਿਮਰਨ ਨਾ ਹੋਵੇ, ਅੱਛਾਈ ਨਾ ਹੋਵੇ, ਸੱਚਾਈ ਨਾ ਹੋਵੇ, ਆਪਣੇ ਪ੍ਰਭੂ ਦੀ ਯਾਦ ਨਾ ਹੋਵੇ, ਕੋਈ ਦੂਜਿਆਂ ਦੇ ਭਲਾ ਕਰਨ ਦੀ ਭਾਵਨਾ ਨਾ ਹੋਵੇ, ਤਾਂ ਲੱਖਾਂ ਸਾਲਾਂ ਦੀ ਆਯੂ ਵੀ ਫਿਰ ਵਿਅਰਥ ਚਲੀ ਜਾਂਦੀ ਹੈ। ਔਰ ਇਸ ਲਈ ਕਹਿੰਦੇ ਜੀਵਨ ਲੰਬਾ ਨਹੀਂ ਮਹਾਨ ਹੋਣਾ ਚਾਹੀਦਾ ਹੈ, ਅੱਛਾ ਹੋਣਾ ਚਾਹੀਦਾ ਹੈ। ਇਸ ਲਈ ਆਪਣੇ ਆਪ ਨੂੰ ਦੇਖੀਏ ਕਿ ਇਸ ਲਈ ਮੇਰੀ ਜਿੰਨੀ ਵੀ ਜ਼ਿੰਦਗੀ ਹੈ, ਮੌਤ ਦਾ ਤਾਂ ਕੋਈ ਪਤਾ ਨਹੀਂ ਕਿ ਕਦੋਂ ਆ ਜਾਣੀ ਹੈ, ਪਰ ਮੈਂ ਜਿੰਨਾ ਵੀ ਮੇਰੇ ਕੋਲ ਵਕਤ ਹੈ ਮੈਂ ਰੋਜ਼ ਕੁਛ ਨਾ ਕੁਛ ਮਹਾਨਤਾ ਵਾਲਾ ਕੰਮ ਜ਼ਰੂਰ ਕਰਾਂ, ਅੱਛਾਈ ਵਾਲਾ ਕੰਮ ਜ਼ਰੂਰ ਕਰਾਂ, ਨੇਕੀ ਵਾਲਾ ਕਰਮ ਜ਼ਰੂਰ ਕਰਾਂ। ਕਿਉਂਕਿ ਇਹਦੀ ਮਿਸਾਲ ਇਸੇ ਤਰ੍ਹਾਂ ਜਿੱਦਾਂ ਫੁੱਲ ਖਿਲਦਾ ਉਹਦੀ ਜ਼ਿੰਦਗੀ 1-2 ਦਿਨ ਦੀ ਹੁੰਦੀ ਹੈ, ਪਰ ਜਿੰਨੇ ਦਿਨ ਵੀ ਖਿਲਦਾ ਨਾ ਦੂਜਿਆਂ ਨੂੰ ਆਪਣੀ ਮਹਿਕ ਦੇ ਕੇ ਜਾਂਦਾ ਹੈ, ਆਪਣੀ ਖੂਬਸੂਰਤੀ ਨਾਲ ਦੂਜਿਆਂ ਦੇ ਜੀਵਨ 'ਚ ਰੰਗ ਭਰ ਕੇ ਜਾਂਦਾ ਹੈ ਕਿ ਦੇਖਣ ਵਾਲੇ ਨੂੰ ਸਕੂਨ ਮਿਲ ਜਾਂਦਾ ਹੈ। ਇਸ ਲਈ ਆਪਣੇ ਜੀਵਨ ਨੂੰ ਵੀ ਅਸੀਂ ਇਸ ਤਰ੍ਹਾਂ ਦਾ ਬਣਾਈਏ ਕਿ ਸਾਡਾ ਜੀਵਨ ਕੰਡੇ ਦੀ ਤਰ੍ਹਾਂ ਨਾ ਹੋਵੇ, ਕਿਸੇ ਨੂੰ ਚੁੱਭਦਾ ਫਿਰੇ, ਕਿਸੇ ਨੂੰ ਤਕਲੀਫ ਦਿੰਦਾ ਫਿਰੇ। ਕਿਉਂਕਿ ਕੰਡੇ ਦੀ ਆਯੂ ਲੰਬੀ ਹੁੰਦੀ ਹੈ ਪਰ ਕੰਡਾ ਦਿੰਦਾ ਤਕਲੀਫ ਹੈ, ਤਾਂ ਫੁੱਲ ਦੀ ਆਯੂ ਛੋਟੀ ਹੁੰਦੀ ਹੈ ਪਰ ਜਿੰਨੀ ਦੇਰ ਵੀ ਉਹ ਰਹਿੰਦਾ ਹੈ ਦੂਜੇ ਨੂੰ ਖੁਸ਼ਬੂ ਵੀ ਦਿੰਦਾ ਹੈ, ਤਾਂ ਆਪਣੀ ਰੰਗਤ ਨਾਲ, ਆਪਣੀ ਖੂਬਸੂਰਤੀ ਨਾਲ ਖੁਸ਼ੀ ਵੀ ਦਿੰਦਾ ਹੈ। ਹੁਣ ਇਹ ਇਨਸਾਨ ਨੇ ਡਿਸਾਈਡ ਕਰਨਾ ਹੈ ਕਿ ਮੈਂ ਕੰਡੇ ਦੀ ਲੰਬੀ ਜ਼ਿੰਦਗੀ ਜੀਣੀ ਹੈ ਜਾਂ ਫੁੱਲ ਵਾਲੀ ਜ਼ਿੰਦਗੀ ਜੀਣੀ ਹੈ। ਸੋ ਕਹਿਣ ਦਾ ਮਤਲਬ ਕੀ ਇੱਥੇ ਬੰਦੇ ਦੇ ਹੱਥ 'ਚ ਨਹੀਂ ਹੈ ਕਿ ਮੇਰੀ ਉਮਰ ਕਿੰਨੀ ਹੈ, ਛੋਟੀ ਹੈ ਜਾਂ ਬੜੀ। ਮੇਨ ਤਾਂ ਇਸ਼ਾਰਾ ਇਹ ਹੈ ਕਿ ਤੂੰ ਰੱਬ ਕੋਲੋਂ ਇਹ ਮੰਗ ਕੇ ਪ੍ਰਮਾਤਮਾ ਜਿੰਨੀ ਵੀ ਮੈਨੂੰ ਜ਼ਿੰਦਗੀ ਦੇਣੀ ਹੈ ਪਰ ਦੇਈ ਅੱਛਾਈ ਵਾਲੀ ਜ਼ਿੰਦਗੀ, ਦੇਈ ਐਸੀ ਜ਼ਿੰਦਗੀ ਜਿਸ 'ਚ ਮੈਂ ਕੁਝ ਅੱਛਾ ਕਰ ਸਕਾਂ, ਜਿਸ 'ਚ ਮੈਂ ਉਸ ਰਸਤੇ 'ਤੇ ਚੱਲ ਸਕਾਂ ਜਿਸ 'ਚ ਤੈਨੂੰ ਵੀ ਖੁਸ਼ੀ ਮਿਲੇ ਤਾਂ ਤੇਰੇ ਬਣਾਏ ਹੋਏ ਸੰਸਾਰ ਨੂੰ ਵੀ ਹੋਰ ਜ਼ਿਆਦਾ ਸੁੰਦਰ ਬਣਾ ਸਕਾਂ। ਇਹਨੂੰ ਕਹਿੰਦੇ ਆ ਸੱਚੀ ਜ਼ਿੰਦਗੀ, ਇਹਨੂੰ ਕਹਿੰਦੇ ਅੱਛੀ ਜ਼ਿੰਦਗੀ। ਇਸ ਲਈ ਜ਼ਿੰਦਗੀ ਲੰਬੀ ਨਹੀਂ ਮਹਾਨਤਾ ਭਰੀ ਹੋਣੀ ਚਾਹੀਦੀ ਹੈ, ਅੱਛਾਈ ਭਰੀ ਹੋਣੀ ਚਾਹੀਦੀ ਹੈ। ਇਸ ਲਈ ਤਾਂ ਹਜ਼ੂਰ ਵੀ ਫਰਮਾਉਂਦੇ ਸੀ, ਜਿਹੜਾ ਹੁਣ ਸਮਝਣਾ ਸਾਰਿਆਂ ਨੇ, ਇਹ ਗੱਲ ਵੀ ਬੜੀ ਪਿਆਰੀ ਹੈ। ਇੱਥੇ ਹਜ਼ੂਰ ਮੁਹੰਮਦ ਸਾਹਿਬ ਦਾ ਵੀ ਇੱਕ ਬਚਨ ਯਾਦ ਆ ਗਿਆ ਕਿ ਹਜ਼ੂਰ ਮੁਹੰਮਦ ਵੀ ਫਰਮਾਉਂਦੇ ਹੁੰਦੇ ਸੀ ਕਿ ਨਫਸ ਕੀ ਖਾतिर जंग मत करो, नफ्स से जंग करो। जरा गौर करना है, गल बड़ी समझने वाली है कि है तो लाइन छोटी जी पर अगर यदि गहराई देखी जाए तो ये समझाया हजूर ने बहुत कुछ है कि नफ्स की खातिर जंग मत करो, नफ्स से जंग करो। हुण इत्थे बड़ा पॉइंट समझने वाला है। अज हर इंसान नफ्स की खातिर जंग कर रहा है। नफ्स किहनूं कहंदे? अपने आप नूं, अपनी मैं नूं, अपने अहंकार नूं, स्वयं नूं। कहंदा ना मैं मेरा मन। हुण असीं नफ्स की खातिर तां जंग करदे हां पर नफ्स नाल कदी जंग नहीं करदे। जंग का मतलब हुंदा लड़ाई। समझदे हो कि नहीं? हुण बंदा तुरिया जा रहा है, कोई अग्यों उहनूं अपशब्द बोल दिंदा है तो बंदा उहदे नाल लड़ना शुरू कर दिंदा है। इहनूं मतलब की है, ये नफ्स की खातिर जंग हो रही है, तू मैनूं बुरा किदां किया। हुण उत्थे की चाहिदा? हजूर कहंदे नफ्स की खातिर नहीं, नफ्स नाल जंग करो। उहने मैनूं बुरा किया तो मतलब मेरे अंदर हंकार हाले भी है जो मैनूं तकलीफ दे रहा है। ये हंकार नूं मैं जित्तां। समझदे हो कि नहीं? अज इंसान छोटी छोटिया चीज़ां करके, जिद्दां हज़रत अली के जीवन का एक वाकया याद आ गया जिथों पता लगेगा कि हज़रत अली कहते एक इंसान ना युद्ध विच उन्होंने आमने सामने जो आए तो गुत्थम गुत्था हो गए, तलवारां नाल भिड़ गए एक दूजे के नाल। काफ़ी देर जंग चलती रही। फिर आखिर की होया? हज़रत अली ने दुश्मन नूं थल्ले सुट्टिया, आप उसकी छाती ते बह गए, तलवार उहदे मारन लगे तो उन्होंने हज़रत अली ने मूँह ते थुक दिता। जो मूँह ते थुकिया तो हज़रत अली उठे, उन्होंने कहते जा मैं तेनों माफ़ करदा है। वो कहता कमाल दी गल है, कमाल दी गल है। असीं पिछले किन्ने दिनों तो एक दूजे के खून के प्यासे सी, एक दूजे नूं मारना चाहते सी, अज मौका मिलिया भी तो तुसीं मैनूं छड्ड क्यों रहे हो? तो उसने हज़रत अली ने कहा
सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए। जय